ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 15ਵੀਂ ਤੇ ਪਦ 6ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਨਹੀਂ ਹੈ, ਜਿਹੜਾ ਪ੍ਰਭੂ ਦੀਆਂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਰਮਜਾਂ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰਦਾ ਹੈ, ਬੋਲਦਾ ਹੈ ਅਤੇ ਸੁਣਦਾ ਹੈ। ਇਨਸਾਨ ਦੇ ਵਿੱਚ ਕੁਝ ਵੀ ਨਹੀਂ ਹੈ। ਜਿਵੇਂ ਪਰਮਾਤਮਾ ਵਾਹਿਗੁਰੂ ਚਲਾਉਂਦਾ ਹੈ ਉਸ ਤਰ੍ਹਾਂ ਚੱਲਦਾ ਹੈ। ਸੁਖਮਨੀ ਸਾਹਿਬ 24 ਅਸ਼ਟਪਦੀਆਂ, 24,000 ਅੱਖਰ ਅਤੇ ਇੱਕ ਅਸ਼ਟਪਦੀ ਦੇ 8 ਭਾਗ ਯਾਨੀ 8 ਪਦ ਹਨ। ਦੂਸਰੇ ਪਾਸੇ ਪ੍ਰਾਣੀ 24 ਘੰਟੇ ਦਿਨ ਅਤੇ ਰਾਤ, 24 ਘੰਟਿਆਂ ਦੇ ਵਿੱਚ 24,000 ਸਵਾਸ, 3 ਘੜੀਆਂ ਦਾ ਇੱਕ ਪਹਿਰ ਯਾਨੀ 24 ਘੰਟਿਆਂ ਦੇ 8 ਪਹਿਰ। ਸਮਾਂ, ਇਨਸਾਨ ਅਤੇ ਅਕਾਲ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਕਾਲ ਨੂੰ ਅਕਾਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਾਲ ਅਕਾਲ ਦੇ ਵਿੱਚ ਸਮੋ ਕੇ ਆਪਣਾ ਰੂਪ ਖਤਮ ਕਰ ਦੇਵੇ ਅਤੇ ਅਕਾਲ ਦੇ ਰੂਪ ਦੇ ਵਿੱਚ ਢਲ ਜਾਵੇ। ਸੱਚੇ ਪਾਤਸ਼ਾਹ ਨੇ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਹੈ। ਸੁੱਖਾਂ ਦੀ ਬੜੀ ਦੁਨੀਆ ਦੇ ਤਮਾਮ ਆਨੰਦ ਸੁਖਮਨੀ ਸਾਹਿਬ ਦੇ ਵਿੱਚ ਪ੍ਰਲਬਧ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 3 ਪ੍ਰਮੁੱਖ ਤੌਰ 'ਤੇ ਵਿਸ਼ੇ ਆ, ਜਿਹੜੇ ਸਬਜੈਕਟ ਹੈ, ਸੁਖਮਨੀ ਸਾਹਿਬ ਦੇ ਵਿੱਚ ਰੱਖੇ ਹਨ। ਪਹਿਲਾ, ਅਕਾਲ ਪੁਰਖ ਦੀ ਉਸਤਤ, ਉਹਦੀ ਮਹਿਮਾ, ਉਹਨੂੰ ਨਮਸਕਾਰ ਸਜਦਾ, ਵੱਡੇ ਦੀ ਵਡਿਆਈ। ਦੂਸਰਾ ਪ੍ਰਮੁੱਖ ਵਿਸ਼ਾ ਸੱਚੇ ਪਾਤਸ਼ਾਹ ਨੇ ਭਗਤਾਂ ਦੀ ਉਸਤਤ, ਸੰਤ ਜਨਾਂ ਦੀ ਸ਼ਲਾਘਾ, ਗੁਰੂ ਦੇ ਪਿਆਰਿਆਂ ਦੀ ਮਹਿਮਾ, ਵੱਡੀ ਵਡਿਆਈ, ਅਕਾਲ ਪੁਰਖ ਦਾ ਰੂਪ ਬਣਨ ਤੱਕ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਉਸਤਤ ਕੀਤੀ ਹੈ। ਤੀਜਾ ਵਿਸ਼ਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਮਨਮੁਖਾਂ ਦਾ ਰੱਖਿਆ ਹੈ ਜਿਹੜੇ ਦੋਖੀ, ਨਿੰਦਕ, ਚੁਗਲਖੋਰ, ਜਿਹੜਾ ਉਹਨਾਂ ਦਾ ਅਸਲੀ ਸਥਾਨ ਬਣਦਾ ਹੈ ਲੁਕਾਈ ਦੇ ਵਿੱਚ, ਸੱਚੇ ਪਾਤਸ਼ਾਹ ਨੇ ਉਹ ਵਰਣਨ ਕੀਤਾ ਹੈ ਕਿ ਉਹ ਪ੍ਰਾਣੀ ਬਿਨਾਂ ਸਵਾਸ ਤੋਂ, ਬਿਨਾਂ ਜਾਨ ਤੋਂ ਤੁਰਦੇ ਫਿਰਦੇ ਲਾਸ਼ ਹਨ, ਸਰੀਰ ਹਨ। ਉਹਨਾਂ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਚੰਗਿਆਈ ਬਚੀ ਨਹੀਂ ਹੈ। ਚੁਗਲੀ ਨਿੰਦਿਆ ਨੇ ਨੇਕੀ ਖਾ ਲਈ ਹੈ। ਸਿਰਫ ਤੇ ਸਿਰਫ ਗੰਦਗੀ ਦਾ ਢੇਰ ਬਚਿਆ ਹੈ। ਸੱਚੇ ਪਾਤਸ਼ਾਹ ਨੇ ਖੁੱਲ੍ਹ ਕੇ ਉਹਨਾਂ ਲੋਕਾਂ ਦਾ ਬਣਦਾ ਥਾਂ ਦਰਸਾਇਆ ਹੈ ਕਿ ਤੁਸੀਂ ਇੰਨੇ ਜੋਗੇ ਹੀ ਹੋ। ਦੂਸਰੇ ਪਾਸੇ ਪਿਆਰਿਆਂ ਦਾ, ਜਿਹੜੇ ਪ੍ਰਭੂ ਦੇ ਦੀਵਾਨੇ ਹੋ ਜਾਂਦੇ ਹਨ, ਮਸਤਾਨੇ ਹੋ ਜਾਂਦੇ ਹਨ, ਉਹਨਾਂ ਨੂੰ ਨਮਸਕਾਰ ਕੀਤੀ ਹੈ, ਸਿਜਦਾ ਕੀਤਾ ਹੈ,
ਡੰਡਵਤ ਪ੍ਰਣਾਮ ਕੀਤਾ ਹੈ ਝੁਕ ਕੇ, ਇੱਥੋਂ ਤੱਕ ਕਿ ਗੁਰੂ ਦਾ ਨਾਮ ਜਪਣ ਵਾਲੇ ਜਨਾਂ ਦਾ, ਸੇਵਕਾਂ ਦਾ, ਦਾਸਾਂ ਦਾ ਧੂੜ ਮੱਥੇ ਨੂੰ ਲਗਾ ਕੇ, ਸਿਰਫ ਮੱਥੇ ਨੂੰ ਨਹੀਂ ਲਗਾ ਕੇ, ਉਹਨਾਂ ਦੇ ਚਰਨਾਂ ਨੂੰ ਧੋ ਕੇ ਜਿਹੜਾ ਪਾਣੀ ਹੈ ਉਹ ਪੀਤਾ ਜਾਵੇ ਤਾਂ ਇਨਸਾਨ ਮੋਕਸ਼ ਪ੍ਰਾਪਤ ਕਰ ਸਕਦਾ ਹੈ, ਪਾਪਾਂ ਤੋਂ ਮੁਕਤ ਹੋ ਸਕਦਾ ਹੈ। ਸੱਚੇ ਪਾਤਸ਼ਾਹ 15ਵੀਂ ਅਸ਼ਟਪਦੀ ਦੇ 6ਵੇਂ ਪਦ ਦੇ ਵਿੱਚ ਮਿਹਰ ਕਰਦੇ ਹਨ, ਚਰਨ ਸਾਧ ਕੇ ਧੋਏ ਧੋਏ ਪੀਓ। ਗੁਰੂ ਪਿਆਰਿਓ, ਸਾਧ ਕੌਣ ਹੈ? ਸੰਤ ਕੌਣ ਹੈ? ਜਨ ਕੌਣ ਹੈ? ਗੁਲਾਮ ਕੌਣ ਹੈ? ਦਾਸ ਕੌਣ ਹੈ? ਜਿਹੜੇ ਦੁਨੀਆ ਦੇ ਵਿੱਚ ਮਾਇਆ ਦਾ ਸਾਥ ਛੱਡ ਕੇ, ਮਾਇਆ ਦੀ ਰੰਗੀ ਬਰੰਗੀ ਦੁਨੀਆ 'ਚੋਂ ਛਾਲ ਲਗਾ ਕੇ, ਗਰੀਬੀ ਦੇ ਅਰੀਨੇ ਦੇ ਵਿੱਚ, ਗਰੀਬੀ ਦੇ ਮੈਦਾਨ ਦੇ ਵਿੱਚ, ਨਿਮਰਤਾ ਦੇ ਸਾਗਰ ਦੇ ਵਿੱਚ ਉਤਰ ਜਾਂਦੇ ਹਨ, ਉਹ ਸਾਧੂ ਬਣ ਜਾਂਦੇ ਹਨ, ਸੰਤ ਬਣ ਜਾਂਦੇ ਹਨ, ਮਹਾਂਪੁਰਸ਼ ਬਣ ਜਾਂਦੇ ਹਨ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਪ੍ਰਭੂ ਦਾ ਰੂਪ ਹੀ ਮੰਨਦੇ ਹਨ। ਪਿਆਰਿਓ, ਆਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹੈ ਆਪਣੇ ਪਿਆਰੇ ਗੁਰਸਿੱਖਾਂ ਨੂੰ ਕਿ ਦੁਨੀਆ 'ਚ ਟੋਲ ਲਵੋ ਉਹਨਾਂ ਨੂੰ। ਬਹੁਤ ਹਨ, ਅਸੰਖਾਂ ਦੀ ਗਿਣਤੀ ਦੇ ਵਿੱਚ ਮੌਜੂਦ ਹਨ, ਜਿਹੜੇ ਦਿਨ ਰਾਤ ਪ੍ਰੀਤਮ ਪਿਆਰੇ ਦੀ ਭਗਤੀ ਦੇ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਮਹਾਂਪੁਰਸ਼ਾਂ ਨੂੰ ਢੂੰਡ ਲਓ, ਲੱਭ ਲਓ, ਫਿਰ ਉਹਨਾਂ ਦੀ ਸੇਵਾ ਕਰੋ। ਸੇਵਾ ਕਰੋ, ਉਹਨਾਂ ਦੇ ਚਰਨਾਂ ਨੂੰ ਧੋ ਕੇ ਉਹ ਪਾਣੀ ਹੈ ਜਿਹੜਾ ਪੀਓ। ਤੁਸੀਂ ਭਾਗਾਂ ਵਾਲੇ ਬਣ ਜਾਵੋਗੇ। ਸੰਤਾਂ ਦੇ ਪੈਰ ਧੋ ਧੋ ਕੇ ਪ੍ਰਾਣੀ ਉਸ ਪਾਣੀ ਨੂੰ ਅੰਮ੍ਰਿਤ ਰੂਪ ਮੰਨ ਕੇ ਪੀ ਲੈ। ਅਰਪ ਸਾਧ ਕੋ ਆਪਣਾ ਜੀਓ। ਜਿਸ ਤਰ੍ਹਾਂ ਆਪਾਂ ਆਮ ਗੱਲ ਕਰਦੇ ਹਾਂ ਕਿ ਜਦੋਂ ਆਪ ਤੋਂ ਵੱਡੇ ਨੂੰ ਪ੍ਰਣਾਮ ਕਰਦੀ ਹੈ ਤਾਂ ਉਹਦੇ ਚਰਨ ਸਪਰਸ਼ ਕਰ ਦਿਓ, ਨੀਵੇਂ ਹੋ ਜਾਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਜਦ ਮੱਥਾ ਟੇਕਦੇ ਹਾਂ, ਸਿਰ ਧਰਤੀ ਨੂੰ ਲਗਾਉਂਦੇ ਹਾਂ, ਦੰਡਵਤ ਪ੍ਰਣਾਮ ਕਰਦੇ ਹਾਂ, ਨੱਕ ਰਗੜਦੇ ਹਾਂ, ਕਿਉਂਕਿ ਦੁਨੀਆ ਦੀ ਤਮਾਮ ਅਕਲ ਦਾ, ਵਿਵੇਕ ਬੁੱਧ ਦਾ ਮਾਲਕ ਆਪਣੇ ਦਰਬਾਰ ਦੇ ਵਿੱਚ ਸਜਿਆ ਹੋਇਆ ਹੈ। ਨਮਸਕਾਰ ਕਰਕੇ ਆਪਣੀ ਅਕਲ ਨੂੰ ਉਹਦੇ ਚਰਨਾਂ ਦੇ ਵਿੱਚ ਢੇਰੀ ਕਰ ਦਿੰਦੇ ਹਾਂ, ਸਮਰਪਣ ਕਰ ਦਿੰਦੇ ਹਾਂ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਸ ਸਾਧ ਜਨ ਨੂੰ ਪਰਮਾਤਮਾ ਦਾ ਰੂਪ ਹੀ ਮੰਨਦੇ ਹਨ। ਅਰਪ ਸਾਧ ਕੋ ਆਪਣਾ ਜੀਓ। ਆਪਣੀ ਆਤਮਾ ਭੇਟ ਕਰਦੇ ਪਿਆਰਿਆ ਉਸ ਮਹਾਂਪੁਰਸ਼ ਨੂੰ, ਜਿਹੜਾ ਮਤਵਾਲਾ ਹੋ ਚੁੱਕਿਆ ਪ੍ਰੀਤਮ ਪਿਆਰੇ ਦਾ, ਉਹਦੇ ਮਜੀਠੇ ਰੰਗ ਦੇ ਵਿੱਚ ਰੰਗਿਆ ਗਿਆ ਹੈ। ਸਾਧ ਕੀ ਧੂਰ ਕਰੋ ਇਸ਼ਨਾਨ। ਜਿਸ ਤਰ੍ਹਾਂ ਆਪਾਂ ਸਾਬਣ ਦੇ ਨਾਲ ਸਰੀਰ ਨੂੰ ਧੋਦੇ ਹਾਂ ਤਾਂ ਕਿ ਸਾਰਾ ਕੁਝ ਸਾਫ਼ ਹੋ ਜਾਵੇ,
ਘੰਟਿਆਂ ਦਾ ਪਸੀਨਾ ਆਇਆ ਹੋਇਆ ਸਰੀਰ ਦੇ ਵਿੱਚੋਂ, ਬਾਹਰੋਂ ਗਰਦ ਕੱਟਾ ਮਿੱਟੀ ਲੱਗੀ ਹੋਈ, ਸਾਰੀ ਧੋਤੀ ਜਾਵੇ, ਸਾਫ ਸੁਥਰਾ ਹੋ ਜਾਵੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਹਨੂੰ ਪਵਿੱਤਰ ਵੀ ਕਰ ਲੈ। ਤੇਰਾ ਸਾਬਣ ਪਿਆਰਿਆ ਇਹਨੂੰ ਪਵਿੱਤਰ ਨਹੀਂ ਕਰਦਾ, ਸਾਫ਼ ਕਰਦਾ। ਜੇ ਇਹਨੂੰ ਪਵਿੱਤਰ ਕੋਈ ਕਰ ਸਕਦਾ ਤੇਰੇ ਸਰੀਰ ਨੂੰ, ਕੰਚਨ ਦਾ ਰੂਪ ਦੇ ਸਕਦਾ ਹੈ, ਤਾਂ ਉਹ ਸਾਧ ਦੇ ਚਰਨਾਂ ਦੀ ਧੂੜ ਹੈ। ਉਹਨੂੰ ਪਾਣੀ ਦੇ ਵਿੱਚ ਮਿਲਾ ਲੈ, ਪਾਣੀ ਦੇ ਵਿੱਚ ਘੋਲ ਲੈ, ਫਿਰ ਇਸ਼ਨਾਨ ਕਰ। ਜਿਹੜੀ ਉਹਨੇ ਤਪੱਸਿਆ ਕੀਤੀ ਹੈ, ਪ੍ਰੀਤਮ ਪਿਆਰੇ ਦੀ ਆਰਾਧਨਾ ਕੀਤੀ ਹੈ, ਪ੍ਰੀਤਮ ਪਿਆਰੇ ਦੀ ਸਾਧਨਾ ਕੀਤੀ ਹੈ, ਉਹਦਾ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ। ਸਾਧ ਉੱਪਰ ਜਾਈਐ ਕੁਰਬਾਨ। ਜਦੋਂ ਤੂੰ ਸਾਧ ਦੇ ਚਰਨਾਂ ਦੀ ਧੂੜ ਦੇ ਨਾਲ ਇਸ਼ਨਾਨ ਕਰ ਲਿਆ, ਉਹ ਪਾਣੀ ਤੈਂ ਪੀ ਲਿਆ, ਆਪਣੀ ਆਤਮਾ ਉਹਦੇ ਚਰਨਾਂ 'ਚ ਢੇਰੀ ਕਰ ਦਿੱਤੀ, ਪਿਆਰਿਆ ਫਿਰ ਰਹਿ ਕੀ ਗਿਆ? ਜਿਹੜਾ ਕੁਝ ਬਚਿਆ ਕੁਰਬਾਨ ਕਰ ਦੇ, ਬਲਿਹਾਰੇ ਚਲੇ ਜਾ। ਉਸ ਸਾਧੂ ਦੇ ਉੱਪਰੋਂ ਜਿਹੜਾ ਸਾਖਸ਼ਾਤ ਪ੍ਰਭੂ ਦਾ ਰੂਪ ਬਣ ਚੁੱਕਿਆ ਹੈ। ਸਾਧ ਸੇਵਾ ਵੱਡ ਭਾਗੀ ਪਾਈਐ। ਕਰਮਾਂ ਵਾਲਿਆਂ ਨੂੰ, ਭਾਗਾਂ ਵਾਲਿਆਂ ਨੂੰ ਇਹ ਸੇਵਾ ਪ੍ਰਾਪਤ ਹੁੰਦੀ ਹੈ। ਗੁਰੂ ਪਿਆਰਿਓ, ਕਲ ਯੁੱਗ ਦਾ ਸਮਾਂ ਹੈ। ਵਿਗਿਆਨ ਨੇ ਛੁਪੀਆਂ ਹੋਈਆਂ ਜਿਹੜੀਆਂ ਕਰਮ ਕਾਢਾਂ ਸੀ, ਉਹ ਨੰਗੀਆਂ ਕਰ ਦਿੱਤੀਆਂ ਹਨ। ਜਿੱਥੇ ਸੰਤ ਹਨ ਉੱਥੇ ਆਸੰਤ ਵਸ਼ ਹਨ। ਜਿੱਥੇ ਸਾਧ ਲੋਕ ਵਸਦੇ ਹਨ ਉੱਥੇ ਨਾਲ ਹੀ ਅਸਾਧ ਲੋਕ ਵੀ ਵਸਦੇ ਹਨ। ਜਿੱਥੇ ਮਾਰਗ ਹਨ ਉੱਥੇ ਅੱਜ ਦੇ ਜ਼ਮਾਨੇ ਦੇ ਵਿੱਚ ਬੇਸ਼ੁਮਾਰ ਮਾਰਗ ਬਣ ਗਏ ਹਨ। ਇੱਕ ਭਲੇ ਪ੍ਰਾਣੀ ਨੂੰ, ਗ੍ਰਸਤੀ ਨੂੰ, ਸਾਧਕ ਨੂੰ ਕਿਸ ਤਰ੍ਹਾਂ ਫਰਕ ਦਾ ਪਤਾ ਚੱਲ ਸਕਦਾ ਹੈ? ਕਿਉਂਕਿ ਆਹ ਸੰਤ ਹੈ ਜਿਹੜੇ ਜ਼ਿਆਦਾ ਚਮਕ ਰੱਖਦੇ ਹਨ, ਦੁਨੀਆ ਨੂੰ ਖਿੱਚਣ ਦੀ ਸ਼ਕਤੀ ਬਣਾਈ ਬੈਠੇ ਹਨ। ਉਹਨਾਂ ਦਾ ਜ਼ੋਰ ਚੱਲਦਾ ਹੈ, ਚਾਹੇ ਧੱਕੇਸ਼ਾਹੀ ਹੀ ਸਹੀ। ਇਸ ਕਲਯੁੱਗ ਦੇ ਜ਼ਮਾਨੇ ਦੇ ਵਿੱਚ ਵਿਚਾਰੇ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਾਧ ਨਹੀਂ ਕਿਹਾ, ਉਹਨਾਂ ਨੂੰ ਸੰਤ ਵੀ ਨਹੀਂ ਕਿਹਾ। ਬੇਸ਼ੱਕ ਉਹ ਆਪਣੇ ਆਪ ਨੂੰ ਸੰਤ, ਮਹਾਂਪੁਰਸ਼, ਮਹਾਨ ਇਨਸਾਨ ਸਮਝਦੇ ਹਨ, ਪਰ ਪ੍ਰੀਤਮ ਪਿਆਰੇ ਨੇ ਉਹਨਾਂ ਨੂੰ ਨਿੰਦਕ, ਚੋਰ, ਹਰਾਮਖੋਰ, ਕੁੜਿਆਰ ਕਹਿ ਕੇ ਵਰਣਨ ਕੀਤਾ ਹੈ। ਉਹ ਆਪਣੇ ਆਪ ਨੂੰ ਕੁਝ ਵੀ ਸਮਝੀ ਜਾਣ, ਕੀ ਫਰਕ ਪੈਂਦਾ ਹੈ? ਪਰ ਜਿਹੜੇ ਅਸਲੀ ਹਨ ਉਹ ਦਗਦੇ ਹਨ। ਬੇਸ਼ੱਕ ਦੁਨਿਆਵੀ ਚਹਿਲ ਪਹਿਲ ਉਹਨਾਂ ਦੇ ਕੋਲ ਨਹੀਂ ਹੈ, ਬੱਲੇ ਬੱਲੇ ਦੇ ਹਾਮੀ ਨਹੀਂ ਹਨ, ਨਿਮਰਤਾ ਦੇ ਪੁੰਜ ਹਨ, ਪ੍ਰਭੂ ਦਾ ਰੂਪ ਹਨ, ਲੋੜ ਰਹਿਤ ਹੋ ਚੁੱਕੇ ਹਨ। ਡਰ ਉਹਨਾਂ ਦੇ ਨੇੜੇ ਨਹੀਂ ਆਉਂਦਾ, ਦੁਸ਼ਮਣੀ ਉਹਨਾਂ ਦੀ ਮੁੱਕ ਚੁੱਕੀ ਹੈ। ਉਹਨਾਂ ਵਿਚਾਰਿਆਂ ਨੂੰ
ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਧ ਕਹਿੰਦੇ ਹਨ, ਸੰਤ ਕਹਿੰਦੇ ਹਨ, ਜਿਹੜਾ ਉਹਨਾਂ ਦੀ ਸੇਵਾ ਕਰਦਾ ਹੈ ਉਹ ਚੰਗੇ ਨਸੀਬਾਂ ਵਾਲਾ ਹੈ, ਚੰਗੇ ਭਾਗਾਂ ਵਾਲਾ ਹੈ। ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਵਾਲੇ ਹੀ ਕਰ ਸਕਦੇ ਹਨ। ਸਾਧ ਸੰਗ ਹਰ ਕੀਰਤਨ ਗਾਈਐ, ਸਤ ਸੰਗਤ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਣਾ ਭਾਗਾਂ ਵਾਲੇ ਪ੍ਰਾਣੀਆਂ ਦੇ ਹਿੱਸੇ ਆਉਂਦਾ ਹੈ। ਸੰਗਤ ਉਹ ਪਿਆਰੇ ਜਿਹੜੇ ਇੱਕੋ ਹੀ ਨਾਮ ਗਾਇਨ ਕਰਦੇ। ਭੀੜਾਂ ਤਾਂ ਬਹੁਤ ਜੁੜਦੀਆਂ ਹਨ ਦੁਨੀਆ ਦੇ ਵਿੱਚ, ਬੇਸ਼ੁਮਾਰ ਭੀੜ ਭੜੱਕੇ ਜੁੜਦੇ ਹਨ। ਪੱਬਾਂ ਕਲੱਬਾਂ ਮੇਲੇ ਗੇਲੇ ਹਰ ਥਾਂ ਦੇ ਉੱਤੇ ਮਨੋਰੰਜਨ। ਗੁਰੂ ਪਿਆਰਿਓ ਉਹਨਾਂ ਨੂੰ ਕੋਈ ਸਤ ਸੰਗਤ ਸਾਧ ਸੰਗ ਨਹੀਂ ਕਹਿੰਦਾ, ਉਹਨਾਂ ਨੂੰ ਦੁਨੀਆ ਦੀ ਭੀੜ ਹੀ ਕਿਹਾ ਜਾਂਦਾ ਹੈ। ਕਰਾਊਡ ਕਹਿ ਕੇ ਹੀ ਉਹਨਾਂ ਦਾ ਸੰਬੋਧਨ ਹੁੰਦਾ ਹੈ। ਸਤ ਸੰਗ ਉਹਨਾਂ ਦਾ ਹੀ ਨਾਂ ਹੈ ਜਿਹੜੇ ਕੁਝ ਪਿਆਰੇ ਰਲ ਕੇ ਅਕਾਲ ਦੀ ਉਸਤਤ ਕਰਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸਾਧ ਸੰਗ ਹਰ ਕੀਰਤਨ ਗਾਈਐ, ਸਤ ਸੰਗਤ ਦੇ ਵਿੱਚ ਹਰੀ ਦਾ ਜਸ ਗਾਇਨ ਕਰਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅਨੇਕ ਵਿਘਨ ਤੇ ਸਾਧੂ ਰਾਖੈ, ਜਿੰਨੇ ਖਰਾਬੀਆਂ, ਜਿੰਨੀਆਂ ਖੜੋਤਾਂ, ਜਿੰਨੇ ਖਤਰੇ ਪ੍ਰਾਣੀ ਦੇ ਸਾਹਮਣੇ ਆਉਂਦੇ ਹਨ, ਗੱਲ ਗੱਲ ਉੱਤੇ ਦੁੱਖ ਪੈਦਾ ਹੁੰਦਾ ਹੈ। ਦਿਨ ਤ੍ਰਿਸ਼ਨਾ ਦੇ ਵਿੱਚ ਲੰਘਦਾ ਹੈ, ਰਾਤ ਫਿਕਰਾਂ ਵਾਲੇ ਸੁਪਨਿਆਂ ਨਾਲ ਗੁਜ਼ਰ ਜਾਂਦੀ ਹੈ। ਉਹ ਸਾਰੇ ਤਮਾਮ ਵਿਘਨ ਉਸ ਸਾਧੂ, ਉਸ ਦਰਵੇਸ਼ ਦੀ ਆਸ਼ੀਰਵਾਦ ਨਾਲ ਮੁੱਕ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਅਨੇਕ ਵਿਘਨ ਤੇ ਸਾਧੂ ਰਾਖੇ, ਉਸ ਵਿਚਾਰੇ ਨੂੰ, ਉਸ ਸਤਕਾਰੇ ਨੂੰ ਅਕਾਲ ਨੇ ਆਪਣੀ ਬੁੱਕਲ ਵਿੱਚ ਲੈ ਕੇ ਆਪਣਾ ਰੂਪ ਬਖਸ਼ ਦਿੱਤਾ। ਹੁਣ ਜੋ ਵੀ ਉਹਦੇ ਬੁਖਾਰ ਬਿੰਦ 'ਚੋਂ ਨਿਕਲਦਾ ਹੈ ਅਟਲ ਸੱਚਾਈ ਹੈ, ਪੱਥਰ ਉੱਤੇ ਲਕੀਰ ਹੈ। ਇਹ ਕੋਈ ਕਰਾਮਾਤ ਨਹੀਂ ਹੈ, ਇਹ ਭਾਵਨਾ ਦੀ ਗੱਲ ਹੈ, ਗੁਰੂ ਦੇ ਨਾਲ ਪਿਆਰ ਦੀ ਬਾਤ ਹੈ, ਸਮਰਪਣ ਦੀ ਕਹਾਣੀ ਹੈ। ਅਨੇਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਕੈ। ਹਰੀ ਦੇ ਗੁਣ, ਉਸ ਅਕਾਲ ਦੇ ਗੁਣ, ਉਸ ਕ੍ਰੀਏਟਰ ਦੀ ਸਿਫਤ ਦਿਨ ਰਾਤ ਗਾਈ ਜਾਣਾ, ਗਾਈ ਜਾਣਾ ਤੇ ਅੰਮ੍ਰਿਤ ਖਿਲਾਰੀ ਜਾਣਾ, ਖਿਲਾਰੀ ਜਾਣਾ। ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਾਗ ਅਲਾਪਣਾ, ਆਬੇ ਹਯਾਤ ਅੰਮ੍ਰਿਤ ਦੀ ਮਿਠਾਸ ਨੂੰ ਚੱਕਣਾ। ਉਹੀ ਗਈ ਸੰਤੇ ਦਰ ਆਇਆ ਪਨਾਸ, ਕਿਉਂਕਿ ਉਸ ਪ੍ਰਾਣੀ ਨੇ ਓਟ ਆਸਰਾ ਸਾਧੂਆਂ ਦਾ ਹੀ ਲਿਆ ਹੈ। ਜਿੱਥੇ ਹਰ ਦਿਨ ਪ੍ਰਭੂ ਦਾ ਗਾਇਨ ਹੁੰਦਾ ਹੈ ਤੇ ਮਿਠਾਸ ਅੰਮ੍ਰਿਤ ਦੀ ਚਾਖੀ ਜਾਂਦੀ ਹੈ। ਸਰਬ ਸੁਖ ਨਾਨਕ ਤੈ ਪਾਇਆ, ਹੇ ਨਾਨਕ ਦੁਨੀਆ ਦਾ ਤਮਾਮ ਸੁੱਖ, ਦੁਨੀਆ ਦਾ ਤਮਾਮ ਆਰਾਮ ਉਸ ਪ੍ਰਾਣੀ ਨੇ ਪਾ ਲਿਆ ਜਿਹਨੇ ਪ੍ਰਭੂ ਨੂੰ ਆਪਣਾ ਮਿਸ਼ਨ ਬਣਾ ਲਿਆ,
ਉਹਦੇ ਪਿਆਰਿਆਂ ਨੂੰ, ਉਹਦੇ ਸਤਿਕਾਰਿਆਂ ਨੂੰ ਗਲ ਦੇ ਨਾਲ ਲਾ ਲਿਆ। ਗੁਰੂ ਪਿਆਰਿਓ, ਇਹ ਦੁਨੀਆ ਜਿਹੜੀ 3 ਤਰੀਕਿਆਂ ਉੱਤੇ ਟਿਕੀ ਹੋਈ ਹੈ। There are 3 ways to live a life in this planet. ਇੱਕ ਤਾਂ ਮਾਇਆ ਧਾਰੀ, ਜਿਹੜਾ ਕਿ ਜ਼ਿਆਦਾਤਰ ਹੁੰਦਾ ਹੈ, ਜਿਹੜੀ ਪਰਸੈਂਟੇਜ ਆਫ ਦਾ ਪੀਪਲ ਹੈ, ਜ਼ਿਆਦਾਤਰ ਇਸੇ ਤਰ੍ਹਾਂ ਜੀਵਨ ਬਤੀਤ ਕਰਦੀ ਹੈ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿੰਨੀ ਛੇਤੀ ਇਹ ਜ਼ਿੰਦਗੀ ਦੀ ਬਾਟ ਮੁੱਕ ਜਾਂਦੀ ਹੈ। ਉਸ ਬਾਟ ਦੇ ਦੌਰਾਨ, ਉਸ ਰਸਤੇ ਦੇ ਦੌਰਾਨ ਉਹ ਕਹਾਣੀ ਮਾਇਆ ਦੀ ਹੀ ਪਾਉਂਦੇ ਹਨ, ਮਾਇਆ ਦੀ ਹੀ ਸੁਣਦੇ ਹਨ। ਉਹ ਤੇ ਮਾਇਆ ਇੱਕ ਉਹਨਾਂ ਦਾ ਰਿਸ਼ਤਾ, 3 ਸਾਕਸ਼ਕੀ ਆਪਣਾ ਜੀਵਨ ਬਤੀਤ ਕਰਦੇ ਹਨ। ਮਾਇਆ, ਪ੍ਰਾਣੀ ਅਤੇ ਉਹਨਾਂ ਦੇ ਵਿਚਲਾ ਸੰਬੰਧ। ਉਹ ਮਨਮੁਖ ਦਾ ਜੀਵਨ ਬਤੀਤ ਕਰਦੇ ਹਨ, ਨਿੰਦਕਾਂ ਦਾ ਜੀਵਨ ਬਤੀਤ ਕਰਦੇ ਹਨ। ਦੂਸਰੇ ਪਾਸੇ ਪ੍ਰਭੂ ਦੇ ਭਗਤ ਜਨ, ਦਾਸ, ਸਲੇਵ, ਵਿਚਾਰੇ, ਡਾਊਨ ਟੂ ਅਰਥ, ਨੀਚਾਂ ਤੋਂ ਵੀ ਨੀਚ। ਇੱਕ ਪਾਸੇ ਪ੍ਰਭੂ, ਇੱਕ ਪਾਸੇ ਉਹ ਆਪ, ਅਤੇ ਇੱਕ ਉਹਨਾਂ ਦਾ ਪ੍ਰੀਤਮ ਪਿਆਰੇ ਦਾ ਰਿਸ਼ਤਾ। ਜਿਹੜੇ ਇਸ ਪਾਸੇ ਚਲੇ ਜਾਂਦੇ ਹਨ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਮਹਾਨ ਬਣ ਜਾਂਦੇ ਹਨ, ਉਹ ਮਹਾਂਪੁਰਸ਼ ਬਣ ਜਾਂਦੇ ਹਨ, ਭਗਤ ਬਣ ਜਾਂਦੇ ਹਨ, ਦਾਸ ਬਣ ਜਾਂਦੇ ਹਨ, ਦਰਵੇਸ਼ ਬਣ ਜਾਂਦੇ ਹਨ। ਪ੍ਰੀਤਮ ਪਿਆਰਾ ਉਹਨਾਂ ਨੂੰ ਇਲਾਹੀ ਕੰਫਰਟ, ਸੁੱਖ ਦੇ ਦਿੰਦਾ ਹੈ। ਉਹਨਾਂ ਦੇ ਚਰਨ ਮਨੁੱਖਤਾ ਨੂੰ ਤਾਰਨ ਦੇ ਲਈ ਸਮਰੱਥ ਹਨ। ਜੇ ਕੋਈ ਸ਼ਰਧਾ ਦੇ ਨਾਲ ਉਹਨਾਂ ਦੀ ਸੇਵਾ ਕਰਦਾ ਹੈ, ਉਹਨਾਂ ਨੂੰ ਮਾਇਆ ਨਹੀਂ ਚਾਹੀਦੀ। ਅੱਜ ਦੇ ਜ਼ਮਾਨੇ ਦੇ ਵਿੱਚ ਉਹਨਾਂ ਦੇ ਭੇਖ ਦੇ ਵਿੱਚ ਜਿਹੜੇ ਆ ਸੰਤ ਲੋਕ ਬੈਠੇ ਹਨ, ਉਹਨਾਂ ਨੂੰ ਮਾਇਆ ਹੀ ਚਾਹੀਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਦੋਂ 8ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਤਾਂ ਜਾਣ ਲੱਗੇ ਸੰਗਤਾਂ ਨੂੰ ਸੱਚੇ ਪਾਤਸ਼ਾਹ ਸਮਝਾ ਗਏ ਕਿ ਬਾਬਾ ਬਕਾਲੇ ਹੈ। ਪਿਆਰੇ ਭੱਜੇ ਦੌੜੇ ਬਕਾਲੇ ਨੂੰ, ਗੁਰੂ ਸਾਹਿਬਾਨ ਦੀ ਤਲਾਸ਼ ਦੇ ਲਈ। ਉਦੋਂ ਪਰਖ ਕੀਤੀ ਉਹਨਾਂ ਨੇ ਪ੍ਰਭੂ ਦੇ ਪਿਆਰੇ, ਪ੍ਰਭੂ ਦੇ ਥਾਪੇ ਹੋਏ ਗੁਰੂ ਦੀ, ਕਿ ਅਸਲੀ ਕੌਣ ਹੈ, ਨਕਲੀ ਕੌਣ ਹੈ। ਆਹ ਸੰਤ ਲੋਕ ਸੀ ਜਿਹੜੇ ਕੱਚੇ ਸੀ, ਜਿਹੜੇ ਉਹਨਾਂ ਨੇ ਮੋਹਰਾਂ ਚੁੱਕ ਚੁੱਕ ਕੇ ਗੀਜਿਆਂ 'ਚ ਆਪਣੀਆਂ ਜੇਬਾਂ ਭਰ ਲਈਆਂ। ਕਿਤੇ ਦੂਰ ਇਕੱਲਾ ਬੈਠਾ, ਲੋਕਾਂ ਤੋਂ ਆਪਣੇ ਆਪ ਨੂੰ ਛੁਪਾਉਂਦਾ ਹੋਇਆ ਗੁਰੂ, ਧੰਨ ਧੰਨ ਗੁਰੂ ਤੇਗ ਬਹਾਦਰ ਜੀ, ਸੱਚੇ ਪਾਤਸ਼ਾਹ ਦੇ ਭਗਤਾਂ ਨੇ ਜਾ ਕੇ ਉਹਨਾਂ ਨੂੰ ਲੱਭ ਲਿਆ। ਲਾਧੋ ਰੇ, ਲਾਧੋ ਰੇ। ਉਹਦੇ ਪਿਆਰੇ ਕਦੋਂ ਚਾਹੁੰਦੇ ਆ ਦੁਨੀਆ ਦੇ ਨਾਲ ਪੈਸੇ ਪਦਾਰਥ ਦੀ ਗੱਲ ਕਰਦੀ, ਇਹ ਤਾਂ ਉਹਨਾਂ ਨੇ ਪਹਿਲਾਂ ਹੀ ਪ੍ਰਾਪਤ ਕਰ ਲਿਆ। ਜਿਹੜੀ ਮਾਇਆ ਦਾਸੀ ਪ੍ਰਭੂ ਦੀ ਸੇਵਕ ਹੈ, ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦੀ ਹੈ, ਝੁਕਦੀ ਹੈ, ਉਹਨਾਂ ਤੋਂ ਹੁਕਮ ਮੰਗਦੀ ਹੈ,
कि पातशाह किरपा करो, मेरी गरीबड़ी ਦਾ ਆਹਾਰ ਲੋਕਾਂ ਨੂੰ ਪੁੱਠੇ ਪਾਸੇ ਪਾਉਣ ਹੈ, ਪਰ ਮੇਰੇ ਉੱਤੇ ਮਿਹਰ ਕਰੋ। ਮੈਨੂੰ ਵੀ ਇਸ ਧੰਦੇ ਦੇ ਵਿੱਚ ਅਕਾਲ ਪੁਰਖ ਨੇ ਲਾਇਆ ਹੋਇਆ ਹੈ। ਮੇਰੀ ਇਹ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਪਰਚਾਈ ਰੱਖਾਂ, ਬਣਾਉਟੀ ਰੰਗਾਂ ਦੇ ਵਿੱਚ ਰੰਗੀ ਰੱਖਾਂ, ਤ੍ਰਿਸ਼ਨਾ ਦੇ ਜਾਲਾਂ ਦੇ ਵਿੱਚ ਨੂੜੀ ਰੱਖਾਂ। ਸੱਚੇ ਪਾਤਸ਼ਾਹ ਮੇਰੇ ਉੱਤੇ ਅਪਾਰ ਕਿਰਪਾ ਕਰੋ। ਇਹ ਮਾਇਆ ਦੀ ਦੁਹਾਈ ਹੈ ਸਾਧੂਆਂ ਦੇ ਅੱਗੇ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚਰਨ ਸਾਧ ਕੇ ਧੋਏ ਧੋਏ ਪੀਓ, wash thou the saints' feet and drink the wash. The greatest seva service is to serve the saint. He is the same status of God. अर्प साध को अपना जियो, dedicate your soul to the saint. There is no difference between a saint and God. They are both same. Saint is not any more human, looks like human, but definitely same like God in a human body. अर्प साध को अपना जियो, dedicate thy soul to the saint. साध की धूर करो इशनान, take bath in the dust of saints' feet. The dust of saints' feet is a moksha, is a salvation that will make your body holy. साध ऊपर जाइए कुर्बान, give your life to saint. Become thou a sacrifice unto the saint. Saint is the lover of God. Saint is the other name of God. साध सेवा बड़ भागी पाइए. Only lucky people can get this service. Only greatest people can do the seva of sadhu. Saints' service is obtained by greatest good luck people. Sadh Sang Har Kirtan Gaiye. In the saints' congregation, God's praise are sung. People who believe in one God, and they get together, discussion about God, stories about God, songs about God, hymns about God, they are all sung together. That is a sadh sang. That is also blessing of God to some people. Anik bigan te sadhu rakhe. Your danger in your life are protected by saint. Saint is your shield. Saint is your protection. You have guard, strong guard in front of you to protect various dangers in your life. All can be tackled by saint. Saint saves you from all those
ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। The chants of Lord, praise of God, Vaheguru, meditation of God. All the people who sing the song about God, he who chants God's glories, taste the sweetness of amrit of nectar. ਓਟ ਗਹੀ ਸੰਤੇ ਦਰ ਆਇਆ, because you took the protection in the door of saint. Who comes the saint's door and seeks the protection is always fulfilled. Sarb sukh nanak tੈ ਪਾਇਆ. After that, no pain is left, no danger is left, no fear is left, only comfort, only anand is left. Everything else is gone with God's grace. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਲੋਕਾਂ ਦੀ ਉਪਮਾ ਕੀਤੀ ਹੈ ਜਿਹੜੇ ਆਪਣਾ ਰੂਪ ਛੱਡ ਕੇ ਵਾਹਿਗੁਰੂ ਦਾ ਰੂਪ ਬਣ ਚੁੱਕੇ ਹਨ। ਜਿਵੇਂ ਇਤਿਹਾਸ ਦੇ ਵਿੱਚ ਬੇਸ਼ੁਮਾਰ ਭਗਤਾਂ ਦਾ ਨਾਮ ਆਉਂਦਾ ਹੈ, ਕਬੀਰ ਸਾਹਿਬ, ਨਾਮਦੇਵ, ਸਦਨਾ, ਬਾਲਮੀਕ, ਬੇਸ਼ੁਮਾਰ ਭਗਤ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੈ। ਭਗਤਾਂ ਨੂੰ ਉਹੀ ਰੁਤਬਾ ਮਿਲਿਆ ਹੈ। ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਭਗਤਾਂ ਨੂੰ ਆਪਣੇ ਬਰਾਬਰ ਦਾ ਰੁਤਬਾ ਦਿੱਤਾ ਹੈ। ਉਹਨਾਂ ਦੀ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕਰਕੇ ਉਹਨਾਂ ਨੂੰ ਸਮਾਨ ਹੀ ਦਰਜਾ ਆਪਣੇ ਬਰਾਬਰ ਬਿਠਾਇਆ ਹੈ। ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਫਰਾਕ ਦਿਲੀ ਹੈ। ਉਹਨਾਂ ਸੰਤਨ ਦੀ, ਉਹਨਾਂ ਦੀ ਧੂੜ ਚਰਨਾਂ ਦੀ ਬਹਾਰ ਹੈ। ਉਹਨਾਂ ਦੇ ਕੋਲ ਤਰੀਕਾ ਹੈ, ਜਾਚਨਾ ਹੈ ਪ੍ਰਭੂ ਨੂੰ ਪਾਉਣ ਦੀ। ਉਹਨਾਂ ਦਾ ਸਵਾਰਥ ਮੁੱਕ ਚੁੱਕਿਆ ਹੈ। ਉਹਨਾਂ ਨੂੰ ਧਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਪਦਾਰਥ ਨਹੀਂ ਚਾਹੀਦਾ। ਉਹਨਾਂ ਨੂੰ ਸੇਵਾ ਦੇ ਵਿੱਚੋਂ ਐਨਰਜੀ ਪ੍ਰਾਪਤ ਹੁੰਦੀ ਹੈ। ਪ੍ਰਾਣੀ, ਤੂੰ ਉਹਨਾਂ ਵਰਗਾ ਹੀ ਬਣ ਜਾਣਾ ਹੈ, ਪਰ ਤੈਨੂੰ ਸੇਵਾ ਪ੍ਰਕਿਰਿਆ ਦੇ ਵਿੱਚ ਲੱਗਣਾ ਪੈਣਾ ਹੈ। ਸੇਵਾ ਦੇ ਨਾਲ ਹੀ ਤੈਨੂੰ ਇਹ ਰੁਤਬਾ ਪ੍ਰਾਪਤ ਹੋਣਾ ਹੈ। ਡਸਟ ਆਫ ਦਾ ਫੀਟ ਆਫ ਸੇਂਟ, ਇਹਨੂੰ ਇਸ਼ਨਾਨ ਕਰਦਾ ਪਾਣੀ ਦੇ ਵਿੱਚ ਮਿਲਾ ਕੇ, ਉਹਨਾਂ ਦੇ ਚਰਨਾਂ ਦਾ ਧੂੜ ਦਾ ਪਾਣੀ ਪੀ ਲੈ। ਸਰੀਰ ਆ ਜਿਹੜਾ ਤੇਰਾ ਬਦਲ ਜਾਵੇਗਾ। ਦਿਨ ਰਾਤ ਉਹਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰ। ਫਿਰ ਇੱਕੋ ਹੀ ਗੱਲ ਰੱਟ ਲੈ ਕਿ ਹੁਣ ਤੂੰ ਤੇਰਾ ਨਹੀਂ ਰਿਹਾ, ਤੂੰ ਹੁਣ ਤੇਰੀ ਮੈਂ ਦਾ ਨਹੀਂ ਰਿਹਾ, ਤੂੰ ਅਕਾਲ ਪੁਰਖ ਦਾ ਜਾਇਆ ਬਣ ਗਿਆ। ਕੁਰਬਾਨ ਹੋ ਜਾ ਉਹਦੇ ਪਿਆਰਿਆਂ ਤੋਂ, ਉਹਦੇ ਦੁਲਾਰਿਆਂ ਤੋਂ। ਤੇਰੇ ਵੱਡੇ ਭਾਗ ਹਨ। ਪੂਰਬਲੇ ਜਨਮਾਂ ਦੇ ਵਿੱਚ ਤੈਂ ਚੰਗਾ ਕਮਾਇਆ ਹੈ, ਚੰਗਾ ਬੀਜਿਆ ਹੈ। ਹੁਣ ਸਮਾਂ ਆ ਗਿਆ ਉਹਨੂੰ ਵੱਢਣ ਦਾ, ਪ੍ਰਾਪਤੀ ਦਾ।
ਸਾਧ ਸੰਗ ਹਰ ਕੀਰਤਨ ਗਾਈਏ। ਹਰੀ ਦਾ ਕੀਰਤਨ ਪਿਆਰਿਆ 24 ਘੰਟੇ ਗਾਹ। 24 ਘੰਟੇ ਹਰੀ ਦਾ ਕੀਰਤਨ ਗਾਈ ਚੱਲ, ਤੈਨੂੰ ਸਕੂਨ ਮਿਲੇਗਾ। ਤੇਰੇ ਅੱਗੇ ਕੋਈ ਢਿੱਕਾ ਵੀ ਨਹੀਂ ਆਊਗਾ, ਵਿਘਨ ਵੀ ਕੋਈ ਤੈਨੂੰ ਨਹੀਂ ਲੱਗੇਗਾ। ਸੰਗਤ ਦੇ ਵਿੱਚ ਬੈਠ ਕੇ ਹਰੀ ਦਾ ਗੀਤ ਗਾਉਣਾ, ਪਿਆਰਿਆਂ ਦੇ ਨਾਲ ਬੈਠ ਕੇ ਹਰੀ ਦੀਆਂ ਗੱਲਾਂ ਕਰਦੀਆਂ, ਤੇਰੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਪਿਆਰਿਆ ਉਹਨੇ ਤੈਨੂੰ ਆਪਣੇ ਗਲ ਦੇ ਨਾਲ ਲਾ ਲਿਆ, ਕਿਉਂਕਿ ਤੈਂ ਇਹ ਪਹਿਚਾਣ ਕਰ ਲਈ ਸੰਤਨ ਸੇਠ ਸਾਧੂ ਜਨ ਦਰਵੇਸ਼ ਉਹਦੇ ਪਿਆਰੇ ਹਨ। ਤੂੰ ਪਿਆਰਿਆਂ ਦਾ ਸਤਿਕਾਰ ਕਰਦਾ ਹੈ, ਵਾਹਿਗੁਰੂ ਤੇਰੇ ਉੱਤੇ ਟੁੱਟਦਾ ਹੈ, ਨਿਹਾਲ ਹੁੰਦਾ ਹੈ। ਪਰਮਾਤਮਾ ਨੂੰ ਤੂੰ ਸੇਵਾ ਉਹਦੇ ਪਿਆਰਿਆਂ ਦੀ ਕਰਦਾ ਹੈ, ਪਰ ਪਰਮਾਤਮਾ ਨੂੰ ਮਹਿਸੂਸ ਹੁੰਦਾ ਹੈ ਕਿ ਤੂੰ ਸੇਵਾ ਪਰਮਾਤਮਾ ਦੀ ਹੀ ਕਰਦਾ ਹੈ, ਕਿਉਂਕਿ ਉਹਦਾ ਰੂਪ ਹੀ ਹਨ ਉਹ। ਸੱਚੇ ਪਾਤਸ਼ਾਹ ਮਿਹਰ ਕਰਦੇ ਤੈਨੂੰ ਸਮਝਾਉਂਦੇ ਹਨ ਕਿ ਅਖੀਰ ਤੂੰ ਸਾਧੂਆਂ ਦੇ ਦੁਆਰੇ ਆ ਗਿਆ, ਉਹਨਾਂ ਦੀ ਪਨਾਹ ਲੈ ਲਈ, ਤੇ ਦੁਨੀਆ ਦਾ ਜਿਹੜਾ ਵੱਡਾ ਸੁੱਖ ਹੈ ਪ੍ਰਾਣੀ, ਉਹ ਤੈਂ ਪ੍ਰਾਪਤ ਕਰ ਲਿਆ। ਹੁਣ ਤੂੰ ਮੋਸਟ ਲੱਕੀ, ਭਾਗਾਂ ਵਾਲਾ, ਕਰਮਾਂ ਵਾਲਾ ਬਣ ਗਿਆ, ਕਿਉਂਕਿ ਉਹ ਕਿਰਪਾ ਤੈਨੂੰ ਪ੍ਰਾਪਤ ਹੋ ਗਈ ਹੈ। ਧੰਨ ਧੰਨ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਸਰਬ ਸੁੱਖ, ਦੁਨੀਆ ਦਾ ਸਭ ਤੋਂ ਜ਼ਿਆਦਾ ਆਨੰਦ ਤੈਂ ਪਾਇਆ। ਨਾਨਕ ਤੈਂ ਪਾਇਆ। ਇਹ ਤਰੀਕੇ ਦੇ ਨਾਲ ਜਿਹੜਾ ਤੈਨੂੰ ਸਮਝਾਇਆ ਹੈ ਸੱਚੇ ਪਾਤਸ਼ਾਹ ਨੇ ਕਿ ਤੂੰ ਪਿਆਰਿਆਂ ਦੇ ਵਿੱਚ ਬੈਠ ਕੇ ਉਹਨਾਂ ਦੀ ਸੰਗਤ ਕਰ ਲੈ, ਦਿਨ ਰਾਤ ਸੇਵਾ ਕਰ, ਸ਼ਾਖ ਸ਼ਾਖ ਤੈਨੂੰ ਪ੍ਰੀਤਮ ਪਿਆਰਾ ਮਿਲ ਜਾਵੇਗਾ। ਬਿਲਕੁਲ ਕਿਸੇ ਮੰਗ ਤੋਂ ਬਿਨਾਂ। ਇੰਨਾ ਤੈਨੂੰ ਦੇਖਣਾ ਹੀ ਪਵੇਗਾ, ਇੰਨਾ ਤੈਨੂੰ ਪਰਖ ਕਰਨੀ ਹੀ ਪਵੇਗੀ ਕਿ ਕੋਈ ਕੱਚਾ ਪਿੱਲਾ ਤਾਂ ਨਹੀਂ। ਕੱਚੇ ਸੰਤਾਂ ਤੋਂ ਬਚ ਕੇ ਅਸਲੀਆਂ ਨੂੰ ਲੱਭ ਲੈ। ਕੱਚਿਆਂ ਨੂੰ ਛੱਡ ਕੇ ਪੱਕਿਆਂ ਨਾਲ ਦੋਸਤੀ ਪਾ ਲੈ। ਕੱਚਿਆਂ ਤੇ ਕੌਣ ਤਰਦਾ ਭਲਿਆ, ਪੱਕੇ ਪਾਰ ਲਗਾ ਦੇਣਗੇ। ਪੱਕਿਆਂ ਦਾ ਸੰਗ ਪੱਕਾ, ਸੱਚਿਆਂ ਦਾ ਸੰਗ ਸੱਚਾ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਗੁਰੂ ਪਿਆਰਿਓ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।